ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸਨਾ ਭਰਿਆ ਰੇ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਆਪੇ ਸਤਿਗੁਰ ਮੇਲੇ ਪੂਰਾ, ਸੱਚਾ ਸ਼ਬਦ ਮਹਾਬਲ ਸੂਰਾ। ਆਪੇ ਸਤਿਗੁਰ ਮੇਲੇ ਪੂਰਾ, ਸੱਚਾ ਸ਼ਬਦ ਮਹਾਬਲ ਸੂਰਾ। ਆਪੇ ਮੇਲੇ ਦੇ ਵਡਿਆਈ, ਸੱਚੇ ਸਿਉ ਚਿਤ ਲਾਏਂਦਾ। ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏਂਦਾ। ਦਿਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹੇ ਬੱਧਾ ਜਮ ਕਾਲੇ। ਜਮ ਕੀ ਫਾਸੀ ਕਬਹੂ ਨ ਟੂਟੈ, ਦੂਜੈ ਭਾਏ ਪਰਮਾਏਂਦਾ।
ਜਪ ਤਪ ਸੰਜਮ ਹੋਰ ਕੋਈ ਨਾਹੀ। ਜਬ ਲਗ ਗੁਰ ਕਾ ਸ਼ਬਦ ਨ ਕਮਾਹੀ। ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ। ਸੱਚੇ ਸੱਚ ਸਮਾਏਂਦਾ। ਜਪ ਤਪ ਸੰਜਮ ਹੋਰ ਕੋਈ ਨਾਹੀ। ਜਬ ਲਗ ਗੁਰ ਕਾ ਸ਼ਬਦ ਨ ਕਮਾਹੀ। ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ। ਸੱਚੇ ਸੱਚ ਸਮਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਬੜ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਪਰਸੋਂ ਵਾਲੀ ਵਿਚਾਰ ਵਿੱਚ ਆਪ ਜੀ ਨੇ 8 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ 9ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। 1060 ਅੰਕ 'ਤੇ ਗੁਰੂ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਸਤਿਗੁਰ ਮੇਲੇ ਪੂਰਾ, ਸੱਚਾ ਸ਼ਬਦ ਮਹਾਬਲ ਸੂਰਾ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ
ਜਿਨ੍ਹਾਂ ਦੇ ਦਰਬਾਰ ਸਜਿਆ ਹੋਇਆ, ਸਜੇ ਹੋਏ ਦਰਬਾਰ ਦੇ ਵਿੱਚ ਸਤਿਗੁਰੂ ਜੀ ਆਪਣੇ ਸਿੰਘਾਸਣ 'ਤੇ ਬਿਰਾਜਮਾਨ ਹਨ। ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਬਹੁਤ ਸਾਰੀਆਂ ਸੰਗਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਈਆਂ ਹਨ, ਉਹ ਸਤਿਗੁਰੂ ਨੂੰ ਨਤਮਸਤਕ ਹੋ ਰਹੀਆਂ, ਆਪਣੀ ਆਪਣੀ ਸਮਰੱਥਾ ਅਨੁਸਾਰ ਤਿਲ ਫੁੱਲ ਭੇਟਾਵਾਂ ਅਰਪਣ ਕਰ ਰਹੀਆਂ ਹਨ। ਫਿਰ ਜਦੋਂ ਸਤਿਗੁਰ ਦੇ ਦੀਵਾਨ ਸਜ ਜਾਂਦੇ ਤੇ ਸਤਿਗੁਰੂ ਪ੍ਰਵਚਨ ਕਰਦੇ ਨੇ। ਗੁਰੂ ਕੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਤਸ਼ਾਹ ਜੀ ਦੇ ਬਚਨਾਂ ਨੂੰ ਸ਼ਰਵਣ ਕਰਦੀਆਂ ਹਨ। ਉਸ ਤੋਂ ਉਪਰੰਤ ਜਗਿਆਸੂ ਜਨ ਗੁਰੂ ਸਾਹਿਬਾਨ ਜੀ ਦੇ ਚਰਨਾਂ 'ਚ ਅਰਜ਼ੋਈ ਕਰਦੇ, ਬੇਨਤੀ ਕਰਦੇ ਕਿ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਸਾਡੇ ਮਨ ਵਿੱਚ ਇਹ ਸਵਾਲ ਹੈ, ਆਪ ਜੀ ਸਾਡੇ ਸਵਾਲ ਦਾ ਉੱਤਰ ਦੇਣਾ ਕਰੋ, ਸਾਡੀ ਸ਼ੰਕਾ ਨਿਵਰਤ ਕਰੋ। ਜਦੋਂ ਜਗਿਆਸੂ ਜਨ ਸਵਾਲ ਕਰ, ਜਿਹੋ ਜਿਹਾ ਸਵਾਲ ਹੁੰਦਾ, ਜਿਹੋ ਜਿਹਾ ਜੀਵ ਦਾ ਅੰਤःਕਰਨ ਰੂਪੀ ਭਾਂਡਾ ਹੁੰਦਾ ਏ, ਉਹਦੇ ਮੁਤਾਬਕ ਪਾਤਸ਼ਾਹ ਜੀ ਫਿਰ ਉਪਦੇਸ਼ ਦੇਈ ਜਾ ਰਹੇ ਨੇ। ਹੁਣ ਸਤਿਗੁਰੂ ਮਹਾਰਾਜ ਨੂੰ ਚਰਨਾਂ 'ਚ ਸਵਾਲ ਕੀਤਾ, ਕਹਿਣ ਲੱਗੇ ਕਿ ਪਾਤਸ਼ਾਹ ਜੀ, ਆਪ ਜੀ ਇਹ ਬਚਨ ਕਰਦੇ ਹਨ ਕਿ ਗੁਰੂ ਵਾਲੇ ਬਣੋ। ਜਦੋਂ ਗੁਰੂ ਵਾਲੇ ਨਹੀਂ ਬਣਦੇ, ਗੁਰੂ ਵਾਲੇ ਬਣਨ ਤੋਂ ਬਿਨਾਂ ਤੁਹਾਡਾ ਪਾਰ ਉਤਾਰਾ ਨਹੀਂ ਹੋ ਸਕੇਗਾ। ਤੇ ਸਤਿਗੁਰੂ ਜੀ, ਫਿਰ ਪੂਰੇ ਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ? ਸਾਡੇ ਚੰਗੇ ਭਾਗ ਨੇ ਕਿ ਅਸੀਂ ਆਪ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ, ਆਪ ਜੀ ਪੂਰੇ ਗੁਰੂ ਹਨ। ਪਰ ਸਤਿਗੁਰੂ ਕੇ ਪੂਰੇ ਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ? ਇਹ ਗੁਰੂ ਮਿਲਾਉਂਦਾ ਹੈ ਜਾਂ ਪਰਮੇਸ਼ਰ ਮਿਲਾਉਂਦਾ ਹੈ? ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗੇ ਕਿ ਜਦੋਂ ਪਰਮੇਸ਼ਰ ਨੂੰ ਭਾਉਂਦਾ ਜਿਹੜਾ ਜੀਵ ਚੰਗਾ ਲੱਗਦਾ ਏ, ਉਹਦੇ ਉੱਤੇ ਫਿਰ ਮਾਲਕ ਕਿਰਪਾ ਕਰਦਾ ਹੈ, ਉਹਨੂੰ ਫਿਰ ਪੂਰਨ ਗੁਰੂ ਸਾਹਿਬਾਨ ਦੇ ਲੜ ਲਾ ਦਿੰਦਾ ਏ। ਫਿਰ ਉਹ ਪੂਰਨ ਗੁਰੂ ਸਾਹਿਬਾਨ ਤੋਂ ਉਪਦੇਸ਼ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਹੈ। ਕਿਸੇ ਜੀਵ ਦੀ ਵੱਸ ਦੀ ਗੱਲ ਨਹੀਂ ਹੈ। ਇਹ ਨਾ ਕੋਈ ਮਨ 'ਚ ਸੋਚੇ ਕਿ ਫਲਾਣੇ ਨੂੰ ਮੈਂ ਗੁਰੂ ਨਾਲ ਮਿਲਾਣਾ ਕੀਤਾ ਏ ਤੇ ਮੈਂ ਗੁਰੂ ਗੁਰਦੁਆਰਾ ਸਾਹਿਬ ਫਲਾਣੇ ਨੂੰ ਲੈ ਕੇ ਆਉਂਦਾ। ਨਹੀਂ, ਕੋਈ ਨਹੀਂ ਲੈ ਕੇ ਆਉਂਦਾ, ਪਰਮੇਸ਼ਰ ਹੀ ਕਿਰਪਾ ਕਰਦਾ ਹੈ। ਸੰਗਤ ਵਿੱਚ ਸੰਗਤ ਨੂੰ ਲੈ ਕੇ ਆਉਣਾ ਬਹੁਤ ਵੱਡਾ ਪਰਉਪਕਾਰ ਹੈ। ਪਰ ਮਨ 'ਚ ਇਹ ਮਾਣ ਨਹੀਂ ਕਰਨਾ, ਕਦੇ ਇਹ ਖਿਆਲ ਨਹੀਂ ਲਿਆਉਣਾ ਕਿ ਮੈਂ ਲੈ ਕੇ ਆਉਂਦਾ ਹਾਂ। ਇਹ ਸੋਚ ਕੇ ਮੈਨੂੰ ਵੀ ਮੇਰਾ ਗੁਰੂ ਲੈ ਕੇ ਆਉਂਦਾ, ਜਿਹੜਾ ਮੇਰੇ ਨਾਲ ਸੰਗੀ ਸਾਥੀ ਚੱਲ ਕੇ ਆ ਰਿਹਾ ਨਾ, ਉਹਨੂੰ ਵੀ ਮੇਰਾ ਗੁਰੂ ਹੀ ਲੈ ਕੇ ਆ ਰਿਹਾ ਹੈ। ਜੇ ਮੇਰਾ ਗੁਰੂ ਨਾ, ਮੇਰੇ ਉੱਤੇ ਗੁਰੂ ਦੀ ਬਖਸ਼ਿਸ਼ ਨਾ ਹੋਵੇ, ਰਹਿਮਤ ਨਾ ਹੋਵੇ, ਗੁਰੂ ਦੀ ਕਿਰਪਾ ਤੋਂ ਬਿਨਾਂ ਫਿਰ ਮੈਂ ਕਿਵੇਂ ਗੁਰੂ ਦੀ ਹਜ਼ੂਰੀ 'ਚ ਆ ਸਕਦਾ? ਮੇਲਣ ਵਾਲਾ ਪਰਮੇਸ਼ਰ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਨੇ ਗੱਲ ਮੁਕਾਤੀ, ਕਹਿੰਦੇ ਨੇ ਆਪੇ ਸਤਿਗੁਰ ਮੇਲੇ ਪੂਰਾ। ਕਹਿੰਦੇ ਆਪ ਹੀ ਪਰਮੇਸ਼ਰ, ਜਦੋਂ ਜਿਹਦੇ ਉੱਤੇ ਪਰਮੇਸ਼ਰ ਨੂੰ ਤਰਸ ਆਉਂਦਾ, ਰਹਿਮਤ ਹੁੰਦੀ, ਕਿਰਪਾ ਕਰਦਾ ਮਾਲਕ, ਉਹਦੇ ਉੱਤੇ ਬਖਸ਼ਿਸ਼ ਕਰਕੇ ਉਹਨੂੰ ਪੂਰੇ ਸਤਿਗੁਰ ਦੇ ਨਾਲ ਆਪ ਹੀ ਪਰਮੇਸ਼ਰ ਮਿਲ ਦਿੰਦਾ ਹੈ। ਕਿਉਂਕਿ ਗੁਰੂ ਤੋਂ ਬਿਨਾਂ ਗਤ ਹੈ ਹੀ ਨਹੀਂ। ਗੁਰੂ ਜਿਹੜਾ ਉਸ ਮਾਰਗ ਨੂੰ ਜਾਣਦਾ, ਜਿਸ ਮਾਰਗ 'ਤੇ ਚੱਲ ਕੇ ਉਸ ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਸਕਦਾ ਹੈ। ਜਿਸ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਨੇ ਬਹੁਤ ਸਾਰੇ ਪ੍ਰਮਾਣ ਸਾਨੂੰ ਬਖਸ਼ਿਸ਼ ਕੀਤੇ ਨੇ, ਸਿੱਖਿਆ ਮਿਲਦੀ ਸਾਨੂੰ। ਸਤਿਗੁਰੂ ਕਹਿੰਦੇ ਨੇ ਗੁਰ ਪੂਰਾ ਨਮਸਕਾਰੇ, ਪ੍ਰਭ ਸਭੇ ਕਾਜ ਸਵਾਰੇ। ਕਹਿੰਦੇ ਇਹ ਭਾਈ ਤੂੰ ਆਪਣੇ ਪੂਰੇ ਗੁਰੂ ਨੂੰ ਨਮਸਕਾਰ ਕਰ, ਪੂਰੇ ਗੁਰੂ ਨੂੰ ਸਜਦਾ ਕਰ। ਜਦੋਂ ਪੂਰੇ ਗੁਰੂ ਨੂੰ ਸਜਦਾ ਕਰੇਗਾ
ਤੇ ਪ੍ਰਭੂ ਪਰਮੇਸ਼ਰ ਨੇ ਤੇਰੇ ਸਾਰੇ ਜਿੰਨੇ ਵੀ ਕਾਰਜ ਨੇ ਆਪਣੇ ਆਪ ਹੀ ਸਵਾਰ ਦੇਣੇ ਨੇ। ਇਸੇ ਪ੍ਰਕਾਰ ਪਾਤਸ਼ਾਹ ਦਾ ਫਰਮਾਨ ਹੈ ਕਿ ਗੁਰ ਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਜਿਹੜਾ ਪੂਰੇ ਗੁਰੂ ਨੂੰ ਸਿਮਰਦਾ ਚੇਤੇ ਕਰਦਾ ਹੈ ਉਹ ਫਿਰ ਨਦਰੋ ਨਦਰ ਨਿਹਾਲ ਹੋ ਜਾਂਦਾ ਤੇ ਉਹਦੇ ਸਾਰੇ ਕਾਰਜ ਰਾਸ ਆਉਂਦੇ ਨੇ। ਆਪ ਸਤਿਗੁਰੂ ਜੀ ਪਰਮੇਸ਼ਰ ਜੀ ਕਿਰਪਾ ਕਰਕੇ ਉਹਨਾਂ ਦੇ ਕਾਰਜਾਂ ਨੂੰ ਸਵਾਰਦਾ ਹੈ। ਹੁਣ ਜੇ ਆਪਾਂ ਗੁਰੂ ਦੀ ਗੱਲ ਕਰੀਏ, ਅਜੋਕੇ ਸਮੇਂ ਦੇ ਵਿੱਚ ਵੀ, ਗੁਰੂ ਸਾਹਿਬਾਨ ਦੇ ਸਮੇਂ ਵੀ, ਉਸ ਤੋਂ ਬਾਅਦ ਵੀ ਬਹੁਤ ਸਾਰੇ ਸੰਸਾਰ ਦੇ ਵਿੱਚ ਅਧੂਰੇ ਗੁਰੂ ਬਣ ਕੇ ਬੈਠੇ ਹੋਏ ਸਨ। ਅੱਜ ਵੀ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ, ਪਰ ਗੁਰੂ ਜੈਸੀ ਇੱਕ ਵੀ ਕਲਾ, ਇੱਕ ਵੀ ਸ਼ਕਤੀ ਉਹਨਾਂ ਦੇ ਕੋਲ ਨਹੀਂ ਹੈ। ਅੰਮ੍ਰਿਤ ਰਸ ਨਾਮੇ ਜਿਹੜੀ ਪੋਥੀ ਦਮਦਮੀ ਟਕਸਾਲ ਦੀ ਲਿਖੀ ਹੋਈ ਸਰਜੀਤ ਸਿੰਘ ਸੋਢੀ ਦੀ, ਉਹਦੇ ਵਿੱਚ ਗਾਥਾ ਲਿਖੀ ਹੈ। ਕਹਿੰਦੇ ਨੇ ਜਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ, ਹਿੰਦੁਸਤਾਨ ਤੇ ਪਾਕਿਸਤਾਨ ਨਹੀਂ ਬਣਿਆ ਸੀ, ਇਕੱਠੇ ਸੀ। ਜਦੋਂ ਵੰਡ ਨਹੀਂ ਹੋਈ ਸੀ ਉਦੋਂ ਲਾਹੌਰ ਦੀ ਧਰਤੀ ਤੇ ਇੱਕ ਅਧੂਰਾ ਗੁਰੂ ਬਣ ਕੇ ਬੈਠਾ ਹੋਇਆ ਸੀ। ਜਦੋਂ ਸਿੱਖ ਸੰਗਤਾਂ ਨਾਲ ਮਿਲਾਪ ਹੁੰਦਾ, ਸਿੱਖਾਂ ਨੇ ਦਿਉਰਾ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ ਸੀ, ਸਹਿਤ ਸੀ ਇਹ ਦੇਖ ਕੇ, ਉਸ ਥਾਂ ਤੇ ਗੁਰੂ ਕੀਆਂ ਸੰਗਤਾਂ ਸਤਿਗੁਰੂ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਨ। ਇਹ ਅਧੂਰਾ ਗੁਰੂ ਉੱਥੇ ਚੱਲ ਕੇ ਆ ਗਿਆ ਤੇ ਆਪਣੇ ਆਪ ਨੂੰ ਆਖੇ, ਬਾਰ-ਬਾਰ ਇਹ ਆਖਣਾ ਕਰੇ ਕਿ ਹਮ ਗੁਰੂ ਅਰਜਨ ਦੇਵ ਸੇ ਕਮ ਨਹੀਂ ਹੈ, ਹਮ ਗੁਰੂ ਅਰਜਨ ਦੇਵ ਸੇ ਕਮ ਨਹੀਂ ਹੈ। ਤੇ ਸਿੰਘ ਬੜੇ ਸਮਝਾਉਂਦੇ, ਪਿਆਰ ਨਾਲ ਦਲੀਲ ਦਿੰਦੇ ਨੇ ਕਿ ਭਾਈ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਹਨ। ਸਿੰਘਾਂ ਨੇ ਗੁਰਬਾਣੀ ਦੀਆਂ ਤੁਕਾਂ ਦੇ ਸਮਝਾਉਣਾ ਕੀਤਾ ਕਿ ਮਥੁਰਾ ਭੱਟ ਜੀ ਕਹਿੰਦੇ ਨੇ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਿ ਗੁਰੂ ਅਰਜਨ ਦੇ ਮਹਾਰਾਜ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਫਿਰ ਮਥੁਰਾ ਭੱਟ ਜੀ ਇਹ ਵੀ ਬਚਨ ਕਰਦੇ ਨੇ, ਕਹਿੰਦੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬਹੁਤ ਸਾਰੇ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ, ਪਰ ਅਧੂਰਾ ਗੁਰੂ ਜਿਹੜਾ ਸੀ, ਜਿਹੜਾ ਆਪਣੇ ਆਪ ਨੂੰ ਕਹਿੰਦੇ ਹਮ ਗੁਰੂ ਅਰਜਨ ਦੇ ਮਹਾਰਾਜ ਸੇ ਕੰਮ ਨਹੀਂ ਹੈ, ਉਹ ਇਹੋ ਜਿਹੀ ਦਲੀਲ ਦਿੰਦਾ ਸੀ ਤੇ ਅੱਗੇ ਸਿੰਘਾਂ ਨੂੰ ਕੋਈ ਉੱਤਰ ਨਹੀਂ ਆ ਰਿਹਾ ਸੀ। ਗੁਰਬਾਣੀ ਦੇ ਰਾਹੀਂ ਉਹ ਦਲੀਲ ਦਿੰਦੇ ਸਨ, ਪਰ ਅੱਗੋਂ ਕੁਝ ਹੋਰ ਜਵਾਬ ਦੇਣਾ, ਗੱਲਾਂ ਬਾਤਾਂ ਵਿੱਚ ਉਹ ਸਾਰਿਆਂ ਨੂੰ ਹੈਰਾਨ ਵਾਲਾ ਸੀ। ਤੇ ਸਿੰਘ ਸੁਣਦੇ ਰਹੇ। ਸਿੰਘਾਂ ਨੇ ਗੁਰਮਤਾ ਪਕਾਇਆ, ਇਕੱਠੇ ਹੋਏ ਆਪਸ 'ਚ, ਕਹਿਣ ਲੱਗੇ ਇਹਨੂੰ ਕਿਵੇਂ ਸਬਕ ਸਿਖਾਇਆ ਜਾਵੇ। ਇਸ ਤਰ੍ਹਾਂ ਦਾ ਸਾਡੇ ਗੁਰੂ ਦਾ ਨਿਰਾਦਰ ਹੈ। ਜਿਹੜਾ ਸਿੱਖ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਆਪਣੇ ਕੰਨਾਂ ਦੇ ਰਾਹੀਂ ਉਹ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਇਹਨੂੰ ਜਵਾਬ ਦੇਣਾ ਬਣ ਆਉਂਦਾ ਹੈ। ਜਵਾਬ ਦਈਏ ਕਿ ਕਿਵੇਂ ਸਬਕ ਸਿਖਾਈਏ ਤਾਂ ਕਿ ਦੁਬਾਰਾ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਰੋਬਰਤਾ ਨਾ ਕਰ ਸਕੇ। ਕਦੇ ਇਹ ਨਾ ਆਖੇ ਕਿ ਹਮ ਗੁਰੂ ਅਰਜਨ ਦੇਵ ਮਹਾਰਾਜ ਸੇ ਕੰਮ ਨਹੀਂ ਹੈ। ਕਹਿਣ ਲੱਗੇ ਫਿਰ ਇਹਨੂੰ ਪਿਆਰ ਦੇ ਨਾਲ ਕਹਿੰਦੇ ਜਵਾਬ ਦੇਣਾ ਕਰੋ। ਇੱਕ ਸਿੰਘ ਕਹਿਣ ਲੱਗਿਆ, ਤੁਸੀਂ ਜਿਵੇਂ ਕਿਵੇਂ ਕਰਕੇ ਇਹਨੂੰ ਇੱਕ ਵਾਰੀ ਗੁਰੂ ਕੇ ਲੰਗਰਾਂ ਵਿੱਚ ਲੈ ਕੇ ਆ ਜਾਵੋ ਤੇ ਬਾਕੀ ਕੰਮ ਫਿਰ ਸਾਡਾ ਹੈ। ਗੁਰੂ ਕੇ ਲੰਗਰਾਂ ਵਿੱਚ ਲੈ ਕੇ ਆਵੋ, ਬਾਕੀ ਅਸੀਂ ਸਾਂਭਾਂਗੇ, ਇਹਨੂੰ ਸਬਕ ਸਿਖਾਵਾਂਗੇ, ਦੱਸਾਂਗੇ ਕਿ ਗੁਰੂ ਅਰਜਨ ਦੇਵ ਮਹਾਰਾਜ ਕੀ ਸੇ ਤੇ ਤੂੰ ਕੀ ਹੈ। ਕਹਿੰਦੇ ਸਿੰਘ ਇਕੱਠੇ ਹੋ ਗਏ। ਸਿੰਘ ਆਖਣ ਲੱਗੇ, ਆਓ ਗੁਰੂ ਜੀ, ਆਓ ਸੰਤ ਜੀ, ਆਓ ਜੀ, ਬੜੇ ਮਹਾਤਮਾ ਹੋ,
ਧਰਮਾਤਮਾ ਹੋ, ਬਾਕੀ ਆਪ ਜੀ ਪ੍ਰਤੱਖ ਹੋ। ਇਸ ਤਰ੍ਹਾਂ ਸਤਿਕਾਰ ਕਰਦੇ ਹੋਏ ਨਾ ਕਹਿੰਦੇ ਆਓ ਲੰਗਰਾਂ 'ਚ ਚਰਨ ਪਾਣਾ ਕਰੋ। ਲੰਗਰਾਂ ਵਿੱਚ ਲੈ ਗਏ, ਆਟਾ ਗੁੰਨਿਆ ਜਾ ਰਿਹਾ, ਸਬਜ਼ੀਆਂ ਕੱਟੀਆਂ ਜਾ ਰਹੀਆਂ ਨੇ, ਲੋਹਾਂ ਤਪਦੇ ਨੇ। ਇਸ ਤਰ੍ਹਾਂ ਕੱਲੀ ਕੱਲੀ ਵਸਤੂ ਦਿਖਾਉਂਦੇ ਹੋਏ ਨਾ ਲੋਹਾਂ ਦੇ ਕੋਲ ਲੈ ਗਏ ਅਤੇ ਸਿੰਘ ਨੇ ਇਸ਼ਾਰਾ ਕਰ ਦਿੱਤਾ। 5-7 ਸਿੰਘ ਹੋਏ, ਇਕੱਠੇ ਹੋਏ ਅਤੇ ਬਾਹਾਂ ਤੋਂ ਅਤੇ ਲੱਤਾਂ ਤੋਂ ਪਕੜ ਕੇ ਜਦੋਂ ਲੋਹ ਦੇ ਉੱਤੇ ਬਿਠਾਉਣ ਲੱਗੇ, ਕਹਿਣ ਲੱਗੇ ਦੇਖ ਤੂੰ ਕਹਿ ਰਿਹਾ ਏ ਕਿ ਸਾਡੇ ਗੁਰੂ, ਮੈਂ ਗੁਰੂ ਅਰਜਨ ਦੇਵ ਮਹਾਰਾਜ ਸੇ ਕੰਮ ਨਹੀਂ ਹਾਂ। ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਜੇਠ ਹਾੜ ਦੇ ਦਿਨ ਸੀ ਅਤੇ ਸਤਿਗੁਰੂ ਤੱਤੀ ਲੋਹ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੀਸ ਤੋਂ ਤੱਤਾ ਰੇਤ ਪਵਾਇਆ ਸੀ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਬਲਦੇ ਦੇਗੇ ਵਿੱਚ ਉਬਾਲਿਆ ਗਿਆ ਸੀ। ਅਤੇ ਸਿੰਘ ਕਹਿਣ ਲੱਗੇ ਤੂੰ 5 ਮਿੰਟ ਤੱਤੀ ਲੋਹ ਉੱਤੇ ਬੈਠਣਾ ਕਰ। ਜੇ 5 ਮਿੰਟ ਤੂੰ ਬੈਠ ਗਿਆ ਅਸੀਂ ਤੈਨੂੰ ਗੁਰੂ ਅਰਜਨ ਦੇਵ ਮਹਾਰਾਜ ਬਰਾਬਰ ਸਮਝ ਲਵਾਂਗੇ। ਜਦੋਂ ਸਿੰਘਾਂ ਨੇ ਗੁਰੂ ਦੇ ਲੱਤਾਂ 'ਤੇ ਬਾਹਾਂ ਚੁੱਕ ਕੇ ਲੋਹ ਉੱਤੇ ਬਿਠਾਉਣ ਲੱਗੇ ਅਤੇ ਉਦੋਂ ਫਿਰ ਭੁੱਬਾ ਮਾਰਨ ਲੱਗ ਪਿਆ, ਹੱਥ ਜੋੜਦਾ ਕਿ ਮੇਰੇ ਤੋਂ ਵੱਡੀ ਗਲਤੀ ਹੋ ਗਈ ਹੈ, ਮੈਨੂੰ ਮਾफ़ ਕਰਨਾ ਕਰੋ। ਅਤੇ ਗੁਰੂ ਅਰਜਨ ਦੇਵ ਮਹਾਰਾਜ ਵੱਡੇ ਹਨ, ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਇੱਕ ਛੋਟੇ ਜਿਹੇ ਕੀੜੇ ਦੀ ਸਤਿਗੁਰ ਦੀ ਬਰੋਬਰਤਾ ਮੈਂ ਨਹੀਂ ਕਰ ਸਕਦਾ। ਇਹੋ ਜਿਹੇ ਅਧੂਰੇ ਗੁਰੂ ਸਾਰੇ ਬਹੁਤ ਸਾਰੇ ਸੰਸਾਰ ਦੇ ਵਿੱਚ ਨੇ। ਜਦੋਂ ਸਿੱਖ ਸੁਚੇਤ ਹੁੰਦਾ ਹੈ, ਸਿੱਖ ਸੁਚੇਤ ਹੋ ਜਾਵੇ, ਫਿਰ ਉਹ ਤਾਂ ਅਧੂਰਿਆਂ ਦੇ ਲੜ ਨਹੀਂ ਲੱਗਦੇ। ਜੋ ਸਿੱਖ ਸੁਚੇਤ ਨਾ ਹੋਵੇ, ਇੱਕ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੇ ਅਤੇ ਦੂਜੇ ਪਾਸੇ ਤੇ ਗੁਰੂ ਸਵਾਰਿਓ ਉਹਨਾਂ ਅਨਮਤੀਆਂ ਦੇ ਕੋਲ ਜਾ ਕੇ ਆਪਣਾ ਸੀਸ ਝੁਕਾਉਣ ਲੱਗ ਪਏ। ਇਹਦਾ ਮਤਲਬ ਕੀ ਹੈ? ਸਿੱਖ ਨੂੰ ਗੁਰੂ 'ਤੇ ਭਰੋਸਾ ਨਹੀਂ ਹੈ, ਸਿੱਖ ਸੁਚੇਤ ਨਹੀਂ ਹੋਇਆ। ਪਰ ਜਿਹੜੇ ਸੁਚੇਤ ਨੇ ਨਾ, ਉਹ ਗੁਰੂ ਦਾ ਦਰ ਛੱਡ ਕੇ ਕਦੇ ਕਿਤੇ ਨਹੀਂ ਜਾਂਦੇ। ਉਹਨਾਂ ਨੂੰ ਆਪਣੇ ਗੁਰੂ ਉੱਤੇ ਭਰੋਸਾ ਹੈ, ਵਿਸ਼ਵਾਸ ਹੈ। ਉਹ ਗੁਰੂ ਸਾਹਿਬਾਨ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹਨ ਅਤੇ ਸਤਿਗੁਰਾਂ ਦੀ ਭਾਵਨਾ ਪੂਰੀ ਕਰਦੇ ਨੇ। ਜੇਕਰ ਸਤਿਗੁਰੂ ਜੀ ਨੇ ਮਨੋਂ ਅਰਦਾਸ ਕੀਤੀ ਕਿ ਸਿੱਖ ਨੇ ਚੜ੍ਹਦੀ ਕਲਾ ਸਿੰਘ ਹੈ, ਅਰਦਾਸ ਕੀਤੀ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ, ਅਤੇ ਗੁਰੂ ਨੇ ਅਰਦਾਸ ਨਹੀਂ ਸੁਣੀ ਜਾਂ ਪ੍ਰਵਾਨ ਨਹੀਂ ਹੋਈ, ਲੋੜ ਸਾਡੀ ਪੂਰੀ ਨਹੀਂ ਹੋਈ, ਜਿਹੜੇ ਚੜ੍ਹਦੀ ਕਲਾ ਵਿੱਚ ਹੁੰਦੇ ਉਹ ਨਾਰਾਜ਼ ਨਹੀਂ ਹੁੰਦੇ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ ਜੇ ਸਾਡੀ ਭਾਵਨਾ ਪੂਰੀ ਨਹੀਂ ਹੋਈ। ਇਹਦੇ 'ਚ ਗੁਰੂ ਸਾਹਿਬਾਨ ਦਾ ਸਾਡਾ ਕੋਈ ਭਲਾ ਲੋਚਰੇ ਬਾਦਸ਼ਾਹ। ਹੋ ਸਕਦਾ ਜਿਹੜਾ ਪਦਾਰਥ ਮੇਰੇ ਕੋਲ ਆਉਣਾ, ਜਿਹੜੀ ਦਾਤ ਮੇਰੇ ਕੋਲ ਆਉਣੀ ਹੈ, ਉਹਨੂੰ ਪ੍ਰਾਪਤ ਕਰਕੇ ਮੈਂ ਗੁਰੂ ਤੋਂ ਬੇਮੁਖ ਹੁੰਦਾ ਹੋਵਾਂਗਾ। ਗੁਰੂ ਤਾਂ ਸਤਿਗੁਰੂ ਦਾ ਸਾਰਿਆਂ ਦਾ ਭਲਾ ਮਨਾਉਂਦੇ ਨੇ ਨਾ, ਅਤੇ ਇਸ ਤਰ੍ਹਾਂ ਫਿਰ ਉਹ ਗੁਰੂ ਦੀ ਰਜਾ ਵਿੱਚ ਰਹਿੰਦੇ ਨੇ। ਪਰਮੇਸ਼ਰ ਦੀ ਰਜਾ ਵਿੱਚ ਰਹਿ ਕੇ ਹੀ ਉਹ ਗੁਰਮੁਖ ਜਨ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਪਰ ਗੁਰੂ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਗੱਲ ਇਹ ਹੈ, ਕਹਿੰਦੇ ਪੂਰੇ ਸਤਿਗੁਰੂ ਨੂੰ ਮਿਲਣ ਵਾਲਾ ਵੀ ਆਪ ਹੀ ਪਰਮੇਸ਼ਰ ਹੈ, ਉਹਦੀ ਕਿਰਪਾ ਹੁੰਦੀ ਹੈ, ਫਿਰ ਸਤਿਗੁਰੂ ਮਿਲਦੇ ਹਨ। ਸੱਚਾ ਸ਼ਬਦ ਮਹਾਬਲਸੂਰਾ, ਜਿਹੜੇ ਸੱਚੇ ਸ਼ਬਦ ਨਾਲ ਜੁੜ ਜਾਂਦੇ ਨੇ, ਫਿਰ ਉਹਨਾਂ ਦੇ ਅੰਦਰ ਮਹਾਬਲ ਪੈਦਾ ਹੋ ਜਾਂਦਾ। ਮਹਾਬਲ ਥੋੜ੍ਹੇ ਬੜੇ ਤਕੜੇ ਸ਼ਡੋਲ ਅਤੇ ਸੂਰਮੇ ਬਣ ਜਾਂਦੇ ਹਨ। ਕਿਉਂਕਿ ਸੂਰਮਿਆਂ ਦੀ ਪਰਿਭਾਸ਼ਾ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਦੇਣਾ ਕੀਤੀ ਹੈ। ਵੈਸੇ ਵਿਦਵਾਨਾਂ ਨੇ ਸੂਰਮੇ ਮੰਨੇ ਨੇ, ਇੱਕ ਹੁੰਦਾ ਕਸੂਰਾ, ਇੱਕ ਅਤਰਥੀ ਸੂਰਾ, ਇੱਕ ਮਹਾਰਥੀ ਸੂਰਾ। ਇੱਕ ਸੂਰਮਾ ਇੱਕ ਨਾਲ ਇੱਕ ਗੁਰੂ ਸਾਹਿਬ ਯੁੱਧ ਕਰੇ, ਇਕੱਲੇ ਨਾਲ ਇਕੱਲਾ ਯੁੱਧ ਕਰੇ, ਜੂਝਦਾ ਹੋਇਆ ਅਤੇ ਉਸ ਇੱਕ ਦੀ ਜਿੱਤ ਹੋਵੇ, ਜਿਹੜਾ ਜਿੱਤ ਗਿਆ ਉਹ ਸੂਰਮਾ। ਇੱਕ ਮਨੁੱਖ ਉਹ ਜਿਹਨੂੰ ਤਾਕਤ ਬੜੀ ਬਖਸ਼ਿਸ਼ ਕੀਤੀ ਪਰਮਾਤਮਾ ਨੇ, ਅਤੇ ਉਹ ਫਿਰ ਮੈਦਾਨੇ ਜੰਗ ਦੇ ਵਿੱਚ
50 ਨਾਲ 100 ਬੰਦਿਆਂ ਨਾਲ ਇਕੱਲਾ ਯੁੱਧ ਕਰੇ ਤੇ ਦੁਸ਼ਮਣਾਂ ਨੂੰ ਖਤਮ ਕਰ ਦਵੇ। ਇੱਕ ਹੁੰਦਾ ਹੈ ਅਤ ਰੱਥੀ ਸੂਰਾ, ਜਿਹਦੇ 'ਚ ਬਹੁਤ ਵੱਡਾ ਬਲ ਹੋਵੇ, ਇੱਕ ਪਾਸੇ ਹਜ਼ਾਰਾਂ ਹੋਣ ਤੇ ਇੱਕ ਪਾਸੇ ਇਕੱਲਾ ਹੋਵੇ, ਜੂਝਦਾ ਹੋਇਆ ਮੁਕਾਬਲਾ ਕਰੇ ਜਾਂ ਸ਼ਹੀਦ ਹੋ ਜਾਂ ਜਿੱਤ ਪ੍ਰਾਪਤ ਕਰ ਲਵੇ, ਉਹਨੂੰ ਆਖਿਆ ਦਾ ਮਹਾਬਲ ਸੂਰਮਾ, ਅਤ ਰੱਥੀ ਸੂਰਮਾ। ਇਹ ਤਾਂ ਹੋ ਗਈ ਦੁਨਿਆਵੀ ਸੂਰਮੇ ਦੀ ਗੱਲ। ਮੈਦਾਨੇ ਜੰਗ 'ਚ ਆਪਣੀ ਤਲਵਾਰ ਦੇ ਜੋਹਰ, ਸ਼ਸਤਰ ਦੇ ਜੋਹਰ ਦਿਖਾ ਦਿੱਤੇ, ਆਪਾਂ ਕਹਿ ਦਾਂਗੇ ਫਲਾਣਾ ਬੰਦਾ ਬੜਾ ਸੂਰਮਾ ਹੈ, ਫਲਾਣੇ ਦੁਸ਼ਮਣ ਦੇ ਗੋਡੇ ਟਿਕਾ ਡੇਗ ਦਿੱਤੇ ਇਹਦੇ ਅੱਗੇ। ਇਸ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ ਨੇ। ਪਰ ਇੱਕ ਸੂਰਮਾ ਹੁੰਦਾ ਜਿਹਨੂੰ ਨਾਮ ਦਾ ਰੰਗ ਲੱਗਿਆ ਹੋਵੇ, ਜਿਹਨਾਂ ਆਪਣਾ ਮਨ ਸ਼ਬਦ 'ਚ ਖੁਭੋਇਆ ਹੋਵੇ। ਜਿਹੜੇ ਦੁਨਿਆਵੀ ਸੂਰਮੇ ਦੇ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛਾਡੈ ਖੇਤ। ਇਹ ਮੈਦਾਨੇ ਜੰਗ ਦਾ ਸੂਰਮਾ ਹੋ ਗਿਆ। ਟੁਕੜੇ ਟੁਕੜੇ ਕਰਾ ਲਵੇ ਪਰ ਕਦੇ ਆਪਣਾ ਮੈਦਾਨੇ ਜੰਗ ਛੱਡੇ ਨਾ। ਤੇ ਇੱਕ ਗੁਰੂ ਸਵਾਰਿਓ ਜਿਹਦੇ ਬਾਅਦ ਸਤਿਗੁਰੂ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਸੂਰਮਾ ਜਿਹੜਾ ਜਿੱਥੇ ਪ੍ਰਤੱਖ ਤੌਰ 'ਤੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਸੂਰਮੇ ਐਸੇ ਹੋਏ ਨੇ ਜਿਨ੍ਹਾਂ ਦਾ ਸੀਸ ਧੜ ਨਾਲੋਂ ਵੱਖਰਾ ਹੋਇਆ ਏ, ਜਿਨ੍ਹਾਂ ਵਿੱਚੋਂ ਸਭ ਤੋਂ ਮੁਖੀ ਆਉਂਦੇ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਸੱਤ ਕਰਕੇ ਦਿਖਲਾਇਆ। ਤੇ ਉੱਥੇ ਨਾਲ ਹੀ ਸਤਿਗੁਰੂ ਸਿਰ ਧਰ ਤਲੀ ਗਲੀ ਮੇਰੀ ਆਓ। ਅੱਜ ਸੀਸ ਦੇਣ ਦੀ ਲੋੜ ਨਹੀਂ ਹੈ। ਸਤਿਗੁਰੂ ਆਪਣੀ ਜਿਹੜਾ ਸੀਸ ਹੈ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆਣਾ ਕਰ, ਪਾ ਮੈਨੂੰ ਆ ਕੇ ਮਿਲਣਾ ਕਰ। ਕਹਿਣ ਦਾ ਭਾਵ ਪਾਤਸ਼ਾਹ ਦਾ ਕੀ ਹੈ ਕਿ ਸਿੱਖਾ ਹੰਕਾਰ ਰੂਪੀ ਸਿਰ ਨੂੰ ਲਾ ਕੇ ਆ ਮਨ ਵਿੱਚ ਨਿਮਰਤਾ ਧਾਰਨ ਕਰਕੇ ਤੂੰ ਮੇਰੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਆ, ਤੈਨੂੰ ਫਿਰ ਮੇਰੇ ਦਰ ਤੋਂ ਮੇਰੀ ਅਸੀਸ ਮਿਲੇਗੀ, ਖੁਸ਼ੀ ਪ੍ਰਾਪਤ ਹੋਵੇਗੀ। ਤੇ ਗੁਰੂ ਸਵਾਰਿਓ ਜਿਹਨੇ ਆਪਣਾ ਇਸ ਤਰ੍ਹਾਂ ਹਿਰਦੇ ਅੰਦਰ ਨਿਮਰਤਾ ਧਾਰਨ ਕਰ ਲਈ, ਜਿਹੜਾ ਨਿਮਰਤਾ ਦਾ ਪੁੰਜ ਬਣ ਗਿਆ, ਸ਼ਬਦ ਦਾ ਉਪਾਸ਼ਕ ਬਣ ਗਿਆ, ਸ਼ਬਦ ਵਿੱਚ ਆਪਣੇ ਮਨ ਨੂੰ ਖਬੋਲਿਆ, ਤੇ ਗੁਰਬਾਣੀ ਕਹਿੰਦੀ ਹੈ ਫਿਰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ। ਫਿਰ ਉਹ ਅਸਲ ਵਿੱਚ ਸੂਰਮਾ ਮੰਨਿਆ ਜਾਂਦਾ ਜਿਹਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਵੇ, ਜਿਹਦੇ ਮਨ ਨੂੰ ਪਰਮਾਤਮਾ ਦੇ ਨਾਮ ਦਾ ਸ਼ਬਦ ਦਾ ਰੰਗ ਲੱਗ ਜਾਵੇ, ਤੇ ਅਸਲ ਵਿੱਚ ਫਿਰ ਉਹ ਮਹਾਬਲ ਸੂਰਾ ਹੈ। ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਸੱਚਾ ਸ਼ਬਦ ਮਹਾਬਲ ਸੂਰਾ, ਸੱਚੇ ਸ਼ਬਦ ਨਾਲ ਜੁੜੇ ਨੇ, ਉਹ ਫਿਰ ਕਹਿੰਦੇ ਮਹਾਬਲ ਵਾਲਾ ਹੋ ਗਿਆ, ਤੇ ਉਹਨੇ ਪੰਜਾਂ ਉੱਤੇ ਕੰਟਰੋਲ ਕਰ ਲਿਆ। ਤੇ ਇਸ ਤਰ੍ਹਾਂ ਉਹ ਸੂਰਮਾ ਹੈ। ਆਪੇ ਮੇਲੇ ਦੇ ਵਡਿਆਈ ਸੱਚੇ ਸਿਉ ਚਿਤ ਲਾਏਂਦਾ। ਆਪੇ ਮੇਲੇ, ਆਪ ਹੀ ਪਰਮੇਸ਼ਰ ਵਾਹਿਗੁਰੂ ਜੀਵਾਂ ਨੂੰ ਆਪਣੇ ਨਾਲ ਮੇਲਦਾ ਹੈ, ਉਹਨਾਂ ਨੂੰ ਵਡਿਆਈ ਦਿੰਦਾ ਹੈ। ਆਪੇ ਮੇਲੇ, ਆਪ ਹੀ ਗੁਰੂ ਪਾਤਸ਼ਾਹ ਨਾਲ ਮਿਲਣ ਵਾਲਾ ਪਰਮੇਸ਼ਰ ਫਿਰ ਵਡਿਆਈ ਦਿੰਦਾ ਹੈ। ਆਪ ਹੀ ਬਖਸ਼ਿਸ਼ ਕਰਕੇ ਸੱਚੇ ਸਿਉ ਚਿੱਤ ਲਾਏਂਦਾ। ਸੱਚੇ ਪਰਮੇਸ਼ਰ ਦੇ ਨਾਲ ਉਹਨਾਂ ਜੀਵਾਂ ਦਾ ਜਿਹੜਾ ਉੱਤੇ ਨਾਲ ਬਖਸ਼ਿਸ਼ ਕਰਨੀ ਹੁੰਦੀ ਹੈ, ਉਹਨਾਂ ਦਾ ਚਿੱਤ ਲਾ ਦਿੰਦਾ ਹੈ। ਹੁਣ ਗੁਰੂ ਸਵਾਰਿਓ ਨਾਮ ਜਪਣਾ ਤੇ ਨਾਮ ਦੇ ਪਰਥਾਏ ਗੱਲਾਂ ਬਾਤਾਂ ਕਰਨੀਆਂ ਬੜੀਆਂ ਸੌਖੀਆਂ ਨੇ, ਜਪਣਾ ਬੜਾ ਔਖਾ ਹੈ। ਕਿਉਂ ਗੁਰਬਾਣੀ ਨੇ ਕਹਿ ਦਿੱਤਾ ਕਿ ਆਖਣ ਔਖਾ ਸਾਚਾ ਨਾਮ, ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ। ਪੰਡਿਤ ਤਾਰਾ ਸਿੰਘ ਨਰੋਤਮ ਜੀ ਜਿਨ੍ਹਾਂ ਨੇ ਆਪਣੇ ਗ੍ਰੰਥ ਦੇ ਵਿੱਚ ਇੱਕ ਗਾਥਾ ਲਿਖੀ ਹੈ, ਕਹਿੰਦੇ ਨੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ।
ਕੁਝ ਕੁ ਪੰਡਤਾਂ ਦਾ ਜਥਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਚੱਲ ਕੇ ਆਇਆ ਤੇ ਇਹਨਾਂ ਪੰਡਤਾਂ ਨੇ ਸਤਿਗੁਰੂ ਨੂੰ ਆ ਕੇ ਸਜਦਾ ਕੀਤਾ, ਨਮਸਕਾਰ ਕੀਤੀ। ਨਮਸਕਾਰ ਕਰਨ ਉਪਰੰਤ ਇਹ ਪੰਡਤ ਆਖਣ ਲੱਗੇ, ਕਹਿਣ ਲੱਗੇ, ਪਾਤਸ਼ਾਹ ਜੀ ਸਾਡੇ 6 ਕਰਮ ਨੇ, ਅਸੀਂ ਆਪਣੇ ਜੀਵਨ 'ਚ 6 ਕਰਮ ਕਰਦੇ ਹਨ ਕਿ ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਦਾਨ ਦੇਣਾ ਤੇ ਦਾਨ ਲੈਣਾ, ਪੂਜਾ ਕਰਨੀ ਤੇ ਪੂਜਾ ਕਰਾਣੀ। ਸਤਿਗੁਰੂ ਜਦੋਂ ਅਸੀਂ ਹੁਣ ਤੁਹਾਡੇ ਸਿੱਖਾਂ ਵੱਲ ਦੇਖਦੇ ਹਾਂ, ਤੁਹਾਡੇ ਸਿੱਖ ਪੂਜਾ ਕਰਨ ਲੱਗ ਪਏ, ਭਾਵ ਤੁਸੀਂ ਆਪਣੇ ਸਿੱਖਾਂ ਨੂੰ ਨਾਮ ਬਾਣੀ ਦਾ ਅਭਿਆਸ ਕਰਨ ਵਿੱਚ ਲਾ ਦਿੱਤਾ। ਤੁਹਾਡੇ ਸਿੱਖਾਂ ਕਰਕੇ, ਤੁਹਾਡੇ ਕਰਕੇ ਸਤਿਗੁਰੂ ਕੋਈ ਵੀ ਹੁਣ ਸਾਡੇ ਕੋਲ ਪੂਜਾ ਕਰਾਉਣ ਵਾਸਤੇ ਨਹੀਂ ਆ ਰਿਹਾ। ਜੇ ਦਾਨ ਦੀ ਗੱਲ ਕੀਤੀ ਜਾਵੇ ਤੇ ਪਾਤਸ਼ਾਹ ਜੀ ਜਿੰਨੇ ਵੀ ਭੋਲੇ ਭਾਲੇ ਲੋਕ ਸਨ ਪਹਿਲਾਂ ਸਾਨੂੰ ਦਸ਼ਨਾ ਦਿੰਦੇ ਸੀ ਆ ਕੇ, ਪਰ ਹੁਣ ਉਲਟ ਕਰਮ ਹੋ ਗਿਆ। ਸਾਰੇ ਸਤਿਗੁਰੂ ਤੁਹਾਡੇ ਕੋਲ ਚੱਲ ਕੇ ਆ ਰਹੇ ਨੇ, ਤੁਹਾਡੇ ਲੰਗਰਾਂ ਦੇ ਵਿੱਚ ਦਸਮਾਂ ਦਸੌਂਧ ਪਾਉਂਦੇ ਨੇ ਤੇ ਸਾਡੀ ਕੋਈ ਗੱਲਬਾਤ ਨਹੀਂ ਪੁੱਛਦਾ। ਜੇ ਵਿਦਿਆ ਦੀ ਗੱਲ ਕੀਤੀ ਜਾਵੇ ਤੇ ਸਤਿਗੁਰੂ ਅਜੋਕੇ ਸਮੇਂ ਦੇ ਵਿੱਚ ਤੁਹਾਡੇ ਸਿੱਖ ਪੜ੍ਹੇ ਲਿਖੇ ਬਣ ਗਏ ਨੇ, ਬੜੇ ਵਿਦਵਾਨ ਨੇ, ਸਿੱਖ ਕਥਾ ਕਰਨ ਲੱਗ ਪਏ, ਸਿੱਖ ਕੀਰਤਨ ਕਰਨ ਲੱਗ ਪਏ, ਸਿੱਖਾਂ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹੋ ਗਿਆ। ਕਲਗੀਧਰ ਪਾਤਸ਼ਾਹ ਜੀ ਤੇ ਸਾਡੇ ਪੱਲੇ ਕੀ ਰਹਿ ਗਿਆ? ਸਾਡਾ ਦਾਨ ਵੀ ਮੁੱਕ ਗਿਆ, ਸਾਡੀ ਵਿਦਿਆ ਦਾ ਵੀ ਕੋਈ ਅਸਰ, ਲੋਕਾਂ ਉੱਤੇ ਅਸਰ ਨਹੀਂ ਹੋ ਰਿਹਾ ਹੈ। ਤੇ ਸਤਿਗੁਰੂ ਜੀ ਪੂਜਾ ਵੀ ਲੋਕ ਸਾਡੇ ਪਾਸੋਂ ਨਹੀਂ ਕਰਾਉਂਦੇ, ਤੁਹਾਡੇ ਕੋਲ ਆਉਂਦੇ ਤੁਹਾਡੀ ਪੂਜਾ ਕਰੀ ਜਾ ਰਹੇ ਨੇ ਤੇ ਸਾਡਾ ਗੁਜ਼ਰਾਨ ਪਾਤਸ਼ਾਹ ਚੱਲਦਾ ਬੜਾ ਔਖਾ ਹੋ ਗਿਆ ਗੁਜ਼ਰਾਨ ਕਰਨਾ। ਸਾਡੇ ਬੱਚੇ ਨੇ, ਪੁੱਤਰਾਂ ਧੀਆਂ ਵਾਲੇ ਪਰਿਵਾਰ ਵਾਲੇ ਅਸੀਂ, ਤੇ ਸਤਿਗੁਰੂ ਸਾਡਾ ਗੁਜ਼ਰਾਨ ਕਿਵੇਂ ਹੋਵੇਗਾ? ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਸਾਡੇ ਦਰਬਾਰ 'ਚ ਇੱਥੇ ਬੈਠਣਾ ਕਰੋ, ਤੁਸੀਂ ਇੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪੋ, ਚਾਹੇ ਵਾਹਿਗੁਰੂ ਵਾਹਿਗੁਰੂ ਆਖੋ, ਚਾਹੇ ਰਾਮ ਰਾਮ ਆਖਣਾ ਕਰੋ, ਤੁਹਾਡੀ ਮਰਜ਼ੀ ਹੈ, ਪਰਮੇਸ਼ਰ ਦੇ ਨਾਮ ਸਾਰੇ ਨੇ। ਕਹਿੰਦੇ ਜਦੋਂ ਸ਼ਾਮ ਤੱਕ ਤੁਸੀਂ ਨਾਮ ਜਪੋਗੇ, ਸੰਧਿਆ ਤੁਹਾਨੂੰ ਇੱਥੇ ਛਕਣ ਲਈ ਲੰਗਰ ਵੀ ਦਿੱਤਾ ਜਾਵੇਗਾ, ਵਧੀਆ ਵਧੀਆ ਵਸਤਰ ਦਿੱਤੇ ਜਾਣਗੇ ਤੇ ਇੱਕ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਇੱਕ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ ਨਾਲ। ਪਰ ਗੱਲ ਇਹ ਹੈ, ਨਾਮ ਜਪਦਿਆਂ ਗੱਲਾਂ ਬਾਤਾਂ ਨਹੀਂ ਕਰਨੀਆਂ। ਨਾਮ ਜਪਣਾ ਚੌਂਕੜੇ ਮਾਰ ਕੇ ਉਸ ਮਾਲਕ ਦਾ ਜਸ ਕਰਨਾ ਹੈ। ਤੇ ਪੰਡਤ ਜੀ ਬੜੇ ਖੁਸ਼ ਕਿ ਸੋਨੇ ਦੀਆਂ ਮੋਹਰਾਂ, ਕੀਮਤਨ ਬਸਤਰ, ਰਸ਼ਤਾਂ ਬਸ਼ਤਾਂ ਸਤਿਗੁਰ ਦੇ ਦਰਬਾਰ 'ਚੋਂ। ਕਹਿਣ ਕਿ ਠੀਕ ਹੈ ਸਤਿਗੁਰੂ ਜੀ, ਅਸੀਂ ਨਾਮ ਜਪਣ ਲਈ ਤਿਆਰ ਹਾਂ। ਬਹਿ ਗਏ। ਜਦੋਂ ਹੁਣ 15 ਕੁ ਮਿੰਟ ਹੋਏ, 15 ਕੁ ਮਿੰਟ ਬਾਅਦ ਥੱਕ ਗਏ ਤੇ ਗੱਲਾਂ ਬਾਤਾਂ ਕਰਨ ਲੱਗ ਪਏ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇਖ ਕੇ ਮੁਸਕਰਾਉਂਦੇ ਨੇ, ਕਹਿੰਦੇ ਭਾਈ ਵਾਅਦਾ ਕੀਤਾ ਗੱਲਾਂ ਬਾਤਾਂ ਨਹੀਂ ਕਰਨੀਆਂ, ਜੇ ਸੋਨੇ ਦੀਆਂ ਮੋਹਰਾਂ ਲੈਣੀਆਂ, ਬਸਤਰ ਲੈਣੇ ਨੇ, ਫਿਰ ਗੱਲਾਂ ਬਾਤਾਂ ਨਹੀਂ ਕਰਨੀਆਂ। ਤੇ ਗੁਰੂ ਫਿਰ ਚੁੱਪ ਕਰ ਗਏ, ਫਿਰ ਜਪਣ ਲੱਗ ਪਏ। 10 ਕੁ ਮਿੰਟ ਬਾਅਦ ਫਿਰ ਗੱਲਾਂ ਬਾਤਾਂ ਮਾਰਨ ਲੱਗੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਆਲਮ ਸਿੰਘ ਦੀ ਡਿਊਟੀ ਲਾ ਦਿੱਤੀ। ਭਾਈ ਆਲਮ ਸਿੰਘ ਨੱਚਣਾ ਤੇ ਗੁਰੂ ਸਾਹਿਬ ਉਹਦੀ ਡਿਊਟੀ ਲਾ ਦਿੱਤੀ। ਕਹਿਣ ਲੱਗੇ ਆਲਮ ਸਿਆਂ ਤੂੰ ਸ਼੍ਰੀ ਸਾਹਿਬ ਹੱਥ ਵਿੱਚ ਪਕੜ ਕੇ ਇੱਥੇ ਵਿਚਰ, ਜਿਹੜਾ ਪੰਡਤ ਨਾਮ ਜਪਦਿਆਂ ਸਮੇਂ ਗੱਲਾਂ ਬਾਤਾਂ ਮਾਰੇਗਾ ਉਹਦੇ ਤੇ ਸੋਟੀ ਮਾਰਨੀ ਹੈ। ਹੁਣ ਜਦੋਂ ਇਹ ਬਚਨ ਕੀਤੇ ਤੇ ਪੰਡਤ ਨੂੰ ਸਾਰੇ ਪੰਡਤ ਇਕੱਠੇ ਹੋ ਕੇ ਜਪਦੇ ਨੇ, ਜਦੋਂ ਗੱਲਾਂ ਬਾਤਾਂ ਕਰਦੇ ਤੇ ਭਾਈ ਆਲਮ ਸਿੰਘ ਦੀ ਸੋਟੀ ਸਾਹਮਣੇ ਦਿਖਾਈ ਦਿੰਦੀ ਹੈ। ਡਰ ਖੌਫ ਮਨ 'ਚ ਪੈਦਾ ਹੋ ਰਿਹਾ ਤੇ ਗੁਰੂ ਸਵਾਰਿਓ
ਮਸਾਂ ਹੀ ਇਹਨਾਂ ਨੇ 8 ਘੰਟੇ ਕਹਿੰਦੇ ਨੇ ਇਸ ਤਰ੍ਹਾਂ ਕੱਢੇ ਨੇ। ਜੋ ਸ਼ਾਮ ਨੂੰ ਜਾਣ ਲੱਗੇ ਨਾ, ਕਲਗੀਆਂ ਵਾਲੇ ਪਾਤਸ਼ਾਹ ਨੇ ਫਲ ਦੇਣਾ ਕੀਤੇ, ਵਸਤਰ ਦਿੱਤੇ, ਰਸ਼ਤਾਂ ਬਸਤਾਂ ਦਿੱਤੀਆਂ ਅਤੇ ਆਪਣੇ ਤੋਸ਼ੇ ਖਾਨੇ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਸਤਿਗੁਰ ਨੂੰ ਦਿੱਤੀਆਂ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਤ ਜੀ ਕੱਲ੍ਹ ਨੂੰ ਫੇਰ ਆ ਜਾਇਓ, ਕੱਲ੍ਹ ਨੂੰ ਫੇਰ ਆਇਓ। ਅੱਜ ਤੁਹਾਨੂੰ ਇੱਕ ਇੱਕ ਸੋਨੇ ਦੀ ਮੋਹਰ ਦਿੱਤੀ ਹੈ, ਕੱਲ੍ਹ ਨੂੰ ਤੁਹਾਨੂੰ 5 ਸੋਨੇ ਦੀਆਂ ਮੋਹਰਾਂ ਦੇਵਾਂਗੇ। ਅਤੇ ਇੱਥੇ ਬੈਠ ਕੇ ਨਾਮ ਜਪਣਾ ਹੈ। ਅਤੇ ਪੰਡਤ ਲੋਕਾਂ ਨੇ ਹੱਥ ਜੋੜੇ, ਕਹਿਣ ਲੱਗੇ ਪਾਤਸ਼ਾਹ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਅਸੀਂ ਨਹੀਂ ਸਤਿਗੁਰੂ ਇੰਨਾ ਸਮਾਂ ਨਾਮ ਜਪ ਸਕਦੇ ਹਾਂ। ਤੁਹਾਡੇ ਸਿੱਖ ਧੰਨ ਨੇ ਆਪ ਜੀ, ਤੁਹਾਨੂੰ ਜੋ ਇੰਨਾ ਲੰਮਾ ਸਮਾਂ ਆਪ ਜੀ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ। ਅਤੇ ਸਤਿਗੁਰੂ ਸਾਡੇ ਕੋਲ ਤਾਂ, ਸਾਡੀ ਤਾਂ ਇੱਕ ਕਹਾਵਤ ਹੈ ਕਿ ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੈ ਛੇਤੀ। ਕਹਿਣ ਲੱਗੇ ਪਾਤਸ਼ਾਹ ਸਾਡੇ ਤਾਂ ਜਿਹੜਾ ਰਾਹੂ ਅਤੇ ਕੇਤੂ ਇਹ 2 ਗ੍ਰਹਿ ਮੰਨੇ ਗਏ ਨੇ। ਜਦੋਂ ਅਸੀਂ ਕਿਸੇ ਨੂੰ ਕਹਿ ਦਈਏ ਤੁਹਾਡੇ ਉੱਤੇ ਰਾਹੂ ਕੇਤੂ ਦੀ ਕਰੋਪੀ ਹੈ, ਇਹ ਸਾਡੇ 2 ਬਲਦਾਂ ਦੀ ਨਿਆਈ ਕਹਿੰਦੇ ਪਾਤਸ਼ਾਹ। ਅਤੇ ਕਹਿ ਦਿੰਦਾ ਤੇ ਤੁਹਾਡੇ ਉੱਤੇ ਸਾੜ ਸਤੀ ਆ ਗਈ ਹੈ, ਇਹ ਸਾਡੀ ਖੇਤੀ ਹੋਣ ਲੱਗ ਪੈਂਦੀ ਹੈ। ਜਿਹੜੀ ਸਤਿਗੁਰੂ ਅਸੀਂ ਆਕਾਸ਼ 'ਚ ਪੱਤਰੀ ਪਕੜੀ ਹੋਈ ਨਾ, ਕਹਿੰਦੇ ਇਹ ਪੱਤਰੀ ਬੜੀ ਵੱਡੀ ਸ਼ਿਕਾਰਨ ਹੈ, ਥੋੜ੍ਹੇ ਸਮੇਂ ਵਿੱਚ ਬਹੁਤਾ ਮਾਲ ਲੈ ਕੇ ਆ ਜਾਂਦੀ। ਭਾਵ ਦੁਨੀਆ ਦੇ ਲੋਕਾਂ ਨੂੰ ਭੌਂਦੂ ਬਣਾ ਕੇ, ਦੁਨੀਆ ਦੇ ਲੋਕਾਂ ਪਾਸੋਂ ਅਸੀਂ ਇਸ ਤਰ੍ਹਾਂ ਬਹੁਤ ਸਾਰਾ ਜਿਹੜੀ ਹੈ ਧਨ ਸੰਪਦਾ ਇਕੱਤਰ ਕਰ ਲੈਂਦੇ ਹਾਂ। ਅਤੇ ਗੁਰੂ ਸਵਾਰਿਓ ਕਹਿਣ ਦਾ ਭਾਵ ਹੈ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਨਾਮ ਜਪਿਆ ਜਾ ਸਕਦਾ ਹੈ। ਸਤਿਗੁਰ ਨੇ ਆਪਣੇ ਸਿੱਖਾਂ ਉੱਤੇ ਬਖਸ਼ਿਸ਼ ਕੀਤੀ ਹੈ। ਅੱਜ ਦਾ ਹੁਕਮਨਾਮਾ ਸਾਹਿਬ ਹੈ ਕਿ ਜਿੱਥੈ ਹਰ ਆਰਾਧੀ ਹੈ, ਤਿੱਥੈ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਵਿਦ ਲਿਆ ਨਾ ਜਾਈ। ਜਿੱਥੇ ਉਸ ਮਾਲਕ ਦੀ ਆਰਾਧਨਾ ਕੀਤੀ ਜਾਵੇ ਨਾ, ਉੱਥੇ ਫਿਰ ਮਾਲਕ ਵਾਹਿਗੁਰੂ ਮਿੱਤਰ ਸਰੂਪ ਹੋ ਕੇ ਸਹਾਇਤਾ ਕਰਦਾ ਹੈ। ਪਰ ਨਾਲ ਪਾਤਸ਼ਾਹ ਨੇ ਮੋਹਰ ਲਾਤੀ ਕਿ ਗੁਰ ਕਿਰਪਾ ਤੇ ਹਰ ਮਨ ਵਸੈ। ਗੱਲ ਗੁਰੂ ਦੀ ਕਿਰਪਾ ਨਾਲ ਹੋਣੀ ਹੈ ਕਿ ਗੁਰੂ ਦੀ ਕਿਰਪਾ ਦੇ ਰਾਹੀਂ ਹਰੀ ਪਰਮੇਸ਼ਰ ਵਾਹਿਗੁਰੂ ਮਨ ਵਿੱਚ ਵਸਦਾ ਹੈ। ਹੋਰਤ ਬਿਦ ਲਿਆ ਨਾ ਜਾਈ, ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਜੁਗਤੀ ਨਹੀਂ ਹੈ ਜਿਹਦੇ ਰਾਹੀਂ ਅਸੀਂ ਹਰੀ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਵਸਾ ਲਵਾਂਗੇ। ਕੇਵਲ ਤੇ ਕਿਉ ਜੁਗਤੀ ਹੈ ਗੁਰੂ। ਗੁਰੂ ਕੀ ਹੈ? ਗੁਰੂ ਦਾ ਸ਼ਬਦ, ਗੁਰਬਾਣੀ। ਗੁਰਬਾਣੀ ਹੀ ਗੁਰੂ ਸਾਰੇ ਜੁਗਤੀ ਹੈ। ਗੁਰਬਾਣੀ ਦੇ ਲੜ ਲੱਗ ਜਾਵਾਂਗੇ ਅਤੇ ਸਾਡਾ ਉਸ ਵਾਹਿਗੁਰੂ ਨਾਲ, ਪਰਮੇਸ਼ਰ ਨਾਲ ਸਾਡੀ ਨੇੜਤਾ ਬਣਦੀ ਜਾਵੇਗੀ। ਜੇ ਗੁਰਬਾਣੀ ਤੋਂ ਟੁੱਟ ਗਏ ਨਾ ਅਤੇ ਸੱਚ ਜਾਣਿਓ ਫਿਰ ਸਾਡੀ ਵਿੱਥ ਬਣੇਗੀ, ਦਿਨੋਂ ਦਿਨ ਜਿਹੜੀ ਵਿੱਥ ਹੈ ਨਾ ਇਹ ਵੱਧਦੀ ਜਾਵੇਗੀ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਭਾਈ ਪਰਮੇਸ਼ਰ ਦੀਆਂ ਇਹ ਖੇਡਾਂ ਨੇ, ਆਪੇ ਮੇਲੇ ਦੇ ਵਡਿਆਈ। ਆਪ ਹੀ ਵਾਹਿਗੁਰੂ ਮੇਲਦਾ ਬੜੇ, ਉਹਨੂੰ ਫਿਰ ਵਡਿਆਈ ਦਿੰਦਾ ਹੈ। ਗੁਰੂ ਨਾਲ ਮਿਲਾ ਕੇ ਵਡਿਆਈ ਮਾਣ ਸਨਮਾਨ ਦਿੰਦਾ ਹੈ। ਸੱਚੇ ਸਿਉ ਚਿੱਤ ਲਾਏਂਦਾ, ਆਪ ਹੀ ਬਖਸ਼ਿਸ਼ ਕਰਕੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਉਸ ਜੀਵ ਦਾ, ਉਸ ਪਿਆਰੇ ਦਾ ਚਿੱਤ ਪਰਮੇਸ਼ਰ ਆਪ ਹੀ ਲਾਉਂਦਾ ਹੈ। ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਗਲਾ ਸਵਾਲ ਕਰ ਦਿੱਤਾ। ਕਹਿਣ ਲੱਗੇ ਕਿ ਪਾਤਸ਼ਾਹ ਜਿਸ ਪਰਮੇਸ਼ਰ ਦੀ ਆਰਾਧਨਾ ਕੀਤੀ ਜਾਂਦੀ ਹੈ, ਜਿਹਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ, ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ? ਜਿੰਨੀ ਵੀ ਸੰਸਾਰ 'ਚ ਜੀਵ ਜੰਤੂ ਨੇ, 84 ਲੱਖ ਜੂਨਾਂ ਨੇ, ਹਰ ਇੱਕ ਨੇ ਆਪਣੇ ਰਹਿਣ ਲਈ ਮੁਕਾਮ ਬਣਾਉਣਾ ਕੀਤਾ, ਘਰ ਬਣਾਇਆ। ਦੇਖੋ ਪਸ਼ੂਆਂ ਨੇ, ਪੰਛੀਆਂ ਨੇ ਆਪਣੇ ਆਪਣੇ ਘਰ ਬਣਾਏ ਹੋਏ ਨੇ।
ਆਲਣਿਆਂ ਦਾ ਸਹਾਰਾ ਲੈ ਕੇ, ਦਰਖਤਾਂ ਉੱਤੇ ਆਲਣੇ ਬਣੇ ਹੋਏ ਨੇ, ਉਹਦੇ ਉੱਤੇ ਪੰਛੀ ਰਹਿੰਦੇ ਨੇ, ਅਤੇ ਹਰ ਇੱਕ ਦਾ ਘਰ ਬਣਿਆ ਹੋਇਆ। ਕੀ ਪਰਮੇਸ਼ਰ ਦਾ ਵੀ ਘਰ ਹੈ ਜਿੱਥੇ ਪਰਮੇਸ਼ਰ ਬਹਿ ਕੇ ਸਾਡੀ ਸੰਭਾਲ ਕਰ ਰਿਹਾ? ਹੁਣ ਇੱਕ ਵਿਚਾਰ ਹੋਰ, ਮਨੁੱਖ ਨੇ ਘਰ ਬਣਾਇਆ, ਮਨੁੱਖ ਨੇ ਆਲੀਸ਼ਾਨ ਮਕਾਨ ਬਣਾ ਲਿਆ, ਕੋਠੀ ਬਣਾ ਲਈ, ਅਤੇ ਬਾਹਰ ਇੱਕ ਤਖਤੀ ਲਾ ਦਿੱਤੀ ਕਿ ਇਹ ਫਲਾਣੇ ਸਿੰਘ ਜਾਂ ਫਲਾਣੀ ਕੌਰ ਦਾ ਨਿਵਾਸ। ਇਹ ਕਹਿੰਦਾ ਇਹ ਘਰ ਮੇਰਾ, ਇਹਦਾ ਮਾਲਕ ਮੈਂ ਹਾਂ। ਪਰ ਜੇਕਰ ਆਪਾਂ ਵਿਚਾਰ ਕੇ ਦੇਖੀਏ, ਜਿਸ ਘਰ ਦੇ ਵਿੱਚ ਆਪਾਂ ਰਹਿ ਰਹੇ ਹਾਂ, ਉਸ ਘਰ ਦੀਆਂ ਕੰਧਾਂ ਵਿੱਚ, ਨੀਹਾਂ ਦੇ ਵਿੱਚ ਕਿੰਨੇ ਕੀੜੇ ਮਕੌੜਿਆਂ ਦਾ ਵਾਸਾ ਹੋਵੇਗਾ, ਕਿੰਨੇ ਗੁਰੂ ਸਵਾਰੇ ਹੋਰ ਜੀਵ ਜੰਤ ਜਿਹੜੇ ਉਸ ਘਰ ਵਿੱਚ ਰਹਿ ਰਹੇ ਨੇ। ਅਸਲ ਵਿੱਚ ਮਨੁੱਖ ਕਹਿੰਦਾ ਹੈ ਇਹ ਘਰ ਮੇਰਾ, ਪਰ ਉਹਨਾਂ ਕੀੜੇ ਮਕੌੜਿਆਂ ਨੇ ਕਦੇ ਨਹੀਂ ਆਖਣਾ ਕੀਤਾ, ਉਹਨਾਂ ਜੀਵ ਜੰਤੂ ਨੇ ਨਹੀਂ ਆਖਣਾ ਕੀਤਾ ਇਹ ਘਰ ਮੇਰਾ, ਇੱਥੋਂ ਦੇ ਅਸੀਂ ਵਾਸੀ ਹਾਂ। ਮਨੁੱਖ ਦੀ ਇਹ ਆਦਤ ਹੈ ਕਿ ਜਦੋਂ ਮਨੁੱਖ ਨੂੰ ਦਾਤਾਂ ਮਿਲਦੀਆਂ ਪਰਮੇਸ਼ਰ ਪਾਸੋਂ, ਅਤੇ ਮਨੁੱਖ ਫਿਰ ਗੁਰੂ ਸਵਾਰੇ ਉਸੇ ਉੱਤੇ ਫਿਰ ਮਾਣ ਕਰਦਾ ਫਿਰਦਾ ਏ। ਅਤੇ ਕਈ ਵਾਰੀ ਐਸਾ ਹੁੰਦਾ ਕਿ ਦਾਤਾਂ ਪ੍ਰਾਪਤ ਕਰਕੇ ਦਾਤਾਰ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ। ਜੋ ਪਰਮਾਤਮਾ ਪਾਸੋਂ ਸਾਨੂੰ ਪ੍ਰਾਪਤ ਹੋਇਆ, ਜੋ ਮਿਲਿਆ ਏ, ਉਹਨੂੰ ਪ੍ਰਾਪਤ ਕਰਕੇ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਨਾ ਏ, ਧੰਨਵਾਦ ਕਰਨਾ ਏ ਕਿ ਮੇਰੇ ਮਾਲਕ ਜੀ, ਤੈਂ ਸਾਨੂੰ ਪਹਿਨਣ ਲਈ ਵਸਤਰ ਦੇਣਾ ਕੀਤੇ ਨੇ, ਰਹਿਣ ਲਈ ਇਹ ਘਰ ਦਿੱਤਾ ਹੈ, ਅਤੇ ਖਾਣ ਲਈ ਪ੍ਰਮਾਤਮਾ ਤਾਂ ਸਾਨੂੰ ਸਮੇਂ ਸਮੇਂ ਅਨੁਸਾਰ ਭੋਜਨ ਦੇ ਰਿਹਾ, ਪ੍ਰਸ਼ਾਦਾ ਦੇ ਰਿਹਾ, ਤੇਰਾ ਸ਼ੁਕਰ ਹੈ। ਇਸ ਤਰੀਕੇ ਦੇ ਨਾਲ ਅਸੀਂ ਉਸ ਮਾਲਕ ਦਾ, ਵਾਹਿਗੁਰੂ ਦਾ ਧੰਨਵਾਦ ਕਰਨਾ ਹੈ। ਜੇ ਧੰਨਵਾਦ ਕਰਾਂਗੇ ਤਾਂ ਮਾਲਕ ਨੇ ਹੋਰ ਜ਼ਿਆਦਾ ਬਰਕਤਾਂ ਪਾਣੀਆਂ ਨੇ। ਪਰ ਜਦੋਂ ਅਸੀਂ ਉਸ ਮਾਲਕ ਨੂੰ ਵਿਸਾਰ ਦਿੱਤਾ ਅਤੇ ਭੁੱਲ ਗਏ, ਫਿਰ ਗੁਰੂ ਸਵਾਰ ਜਿਹੜਾ ਸਾਡੇ ਕੋਲ ਹੈ ਉਹ ਵੀ ਫਿਰ ਗੁਰੂ ਸਰ ਨਹੀਂ ਰਹੇਗਾ, ਕਿਉਂਕਿ ਪਰਮਾਤਮਾ ਨੂੰ ਫਿਰ ਉਹ ਜੀਵ ਚੰਗੇ ਨਹੀਂ ਲੱਗਦੇ ਹਨ। ਅਤੇ ਜਿਵੇਂ ਗੱਲ ਚਾਰੇ ਘਰ ਦੀ, ਜਿਵੇਂ ਮਨੁੱਖ ਦਾ ਘਰ ਹੈ, ਪਸ਼ੂਆਂ ਦਾ ਘਰ ਹੈ, ਅਤੇ ਇਸੇ ਤਰ੍ਹਾਂ ਪੰਛੀਆਂ ਦਾ ਘਰ ਹੈ, ਸਾਰੇ ਜੀਵ ਆਪਣੇ ਆਪਣੇ 84 ਲੱਖ ਜੂਨਾਂ ਦੇ ਘਰ ਬਣੇ ਹੋਏ ਨੇ, ਆਪਣੇ ਆਪਣੇ ਘਰਾਂ ਵਿੱਚ ਰਹਿ ਰਹੇ ਨੇ। ਕੀ ਪਰਮੇਸ਼ਰ ਦਾ ਵੀ ਕੋਈ ਘਰ ਹੈ? ਅਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਾਂ ਭਾਈ, ਉਹਦਾ ਵੀ ਘਰ ਹੈ। ਕਹਿੰਦੇ ਕਿਹੜਾ ਘਰ ਹੈ? ਕਹਿੰਦੇ ਜਿਹੜਾ ਹਿਰਦੇ ਰੂਪੀ ਘਰ ਹੈ। ਜਿਸ ਹਿਰਦੇ ਰੂਪੀ ਘਰ ਵਿੱਚ ਜੀਵ ਤੇਰਾ ਵਾਸਾ ਹੈ, ਉਸੇ ਹੀ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਘਰ ਹੀ ਅੰਦਰ ਸਾਚਾ ਸੋਏ। ਹਿਰਦੇ ਰੂਪੀ ਘਰ ਦੇ ਅੰਦਰ ਹੀ ਸੱਚਾ ਪਰਮੇਸ਼ਰ ਬੈਠਾ ਹੋਇਆ ਹੈ। ਪਰ ਜੀਵ ਦੇ ਵਿੱਚ ਮੈਂ ਪੁਣਾ ਹੋਣ ਕਰਕੇ, ਜੀਵ ਦੇ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਣ ਕਰਕੇ, ਅਤੇ ਜੀਵ ਨੂੰ ਆਪਣੇ ਅੰਦਰ ਬੈਠਾ ਪਰਮੇਸ਼ਰ ਦਿਖਾਈ ਨਹੀਂ ਦੇ ਰਿਹਾ, ਅਤੇ ਜੀਵ ਬਾਹਰ ਟੱਕਰਾਂ ਮਾਰਦਾ ਹੈ, ਟੱਕਰਾਂ ਮਾਰ ਕੇ ਥੱਕ ਜਾਂਦਾ, ਪਰ ਪਰਮੇਸ਼ਰ ਵਾਹਿਗੁਰੂ ਦੀ ਜੀਵ ਨੂੰ ਪ੍ਰਾਪਤੀ ਨਹੀਂ ਹੋ ਰਹੀ ਹੈ, ਮਿਲਾਪ ਨਹੀਂ ਹੋ ਰਿਹਾ ਹੈ। ਕਹਿੰਦੇ ਇਸ ਗੱਲ ਨੂੰ ਜਾਣਦਾ ਕੌਣ ਹੈ? ਕਿ ਪਰਮੇਸ਼ਰ ਸਾਡੇ ਅੰਦਰ ਬੈਠਾ ਹੋਇਆ। ਅਤੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਵਿਰਲਾ ਬੂਝੈ ਕੋਈ, ਕਿ ਜਿਹੜਾ ਗੁਰੂ ਦੇ ਸਨਮੁਖ ਹੋਵੇ, ਗੁਰੂ ਦੇ ਸਨਮੁਖ ਰਹਿਣ ਵਾਲਾ। ਪਰ ਕਹਿੰਦੇ ਹੈ ਕੋਈ ਬਿਰਲਾ ਹੀ ਹੈ, ਸਾਰੇ ਨਹੀਂ। ਆਪਾਂ ਸਾਰੇ ਗੁਰੂ ਵਾਲੇ ਕਹਾਉਂਦੇ ਹਾਂ, ਖੰਡੇ ਬਾਟੇ ਦੀ ਬੋਲ ਛਕੀ ਹੈ, ਸ਼ਰਧਾ ਭਾਵਨਾ ਮਨ ਦੇ ਵਿੱਚ ਹੈ, ਪਰ ਕੀ ਸਾਰਿਆਂ ਨੇ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ? ਗੁਰਬਾਣੀ ਨੇ ਮੋਹਰ ਲਾਤੀ, ਕਹਿੰਦੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਅਤੇ ਮਾਫ ਕਰਨਾ, ਕਈਆਂ ਨੂੰ ਜਪਜੀ ਸਾਹਿਬ ਦਾ ਪਾਠ ਕਰਦਿਆਂ ਨੂੰ 30-30 40-40 ਸਾਲ ਹੋ ਗਏ ਨੇ, ਪਰ ਹਾਲੇ ਤੱਕ ਜਪਜੀ ਸਾਹਿਬ ਦੇ ਅਰਥਾਂ ਦਾ ਪਤਾ ਨਹੀਂ ਲੱਗਿਆ। ਨਿਤਨੇਮ ਕਰਦੇ ਨੇ, ਪਰ ਨਿਤਨੇਮ ਇਹ ਨਹੀਂ ਪਤਾ ਲੱਗਿਆ ਕਿ ਨਿਤਨੇਮ ਵਿੱਚ ਜਾਪ ਸਾਹਿਬ ਦੀ ਪਾਵਨ ਬਾਣੀ 'ਚ ਗੁਰੂ ਕਲਗੀਧਰ ਪਾਤਸ਼ਾਹ ਕੀ ਕਹਿ ਰਹੇ ਨੇ, ਤੁਆ ਪ੍ਰਸਾਦ ਸਵੀ ਵਿੱਚ ਕੀ ਕਹਿ ਰਹੇ ਨੇ,
ਚੌਪੇ ਵਿੱਚ ਸਤਿਗੁਰੂ ਨੇ ਕਿਹੜੇ ਬਚਨ ਕੀਤੇ, ਆਨੰਦ ਸਾਹਿਬ ਵਿੱਚ ਕਿਹੜੇ ਬਚਨ ਕੀਤੇ ਨੇ। ਪੜ੍ਹਨ ਤੱਕ ਸੀਮਤ ਨੇ, ਆਪਾਂ ਵਿਚਾਰਦੇ ਨਹੀਂ। ਜਿਸ ਦਿਨ ਆਪਾਂ ਪੜ੍ਹਦੇ ਨਾਲ ਵਿਚਾਰਨ ਲੱਗ ਪਏ ਤੇ ਗੱਲ ਉਦੋਂ ਬਣਨੀ ਅਸਲ ਵਿੱਚ। ਜਦੋਂ ਤੱਕ ਸਾਨੂੰ ਸਮਝੇ ਨਹੀਂ ਕਿ ਸਤਿਗੁਰੂ ਮਹਾਰਾਜ ਕੀ ਕਹਿ ਰਹੇ ਨੇ, ਕਵਿਤਾ ਦੀ ਨਹੀਂ ਆਪਾਂ ਪੜ੍ਹ ਕੇ ਬਾਣੀ ਨੂੰ, ਪਰ ਉਹਦੇ ਅਰਥ ਨਹੀਂ ਸਮਝੇ ਤੇ ਸਾਨੂੰ ਕੀ ਪਤਾ ਲੱਗੇਗਾ। ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੀ ਹੈ ਗੁਰਮੁਖ ਜਨ ਜਿਹੜਾ ਇਸ ਗੱਲ ਨੂੰ ਬੁੱਝ ਲੈਂਦਾ, ਜਾਣ ਲੈਂਦਾ ਏ, ਫਿਰ ਉਹਨੂੰ ਕਹਿੰਦੇ ਅੰਦਰੋਂ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਹੀ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏ ਦਾ। ਨਾਮ ਜੋ ਨਿਧੀਆਂ ਦਾ ਖਜ਼ਾਨਾ ਹੈ, ਉਹ ਨਿਧੀਆਂ ਦਾ ਖਜ਼ਾਨਾ ਉਹਨਾਂ ਗੁਰਮੁਖ ਜਨਾਂ ਦੇ ਘਟ ਅੰਤਰ, ਹਿਰਦੇ ਦੇ ਅੰਦਰ ਕਹਿੰਦੇ ਵਸਿਆ ਹੋਇਆ ਹੈ। ਹਿਰਦੇ ਦੇ ਅੰਦਰ ਉਹਨਾਂ ਹਿਰਦ ਪਰਮਾਤਮਾ ਦੇ ਨਾਂ ਨੂੰ ਵਸਾ ਲਿਆ ਏ। ਪਰ ਨਾਲ ਹੀ ਪਾਤਸ਼ਾਹ ਕਹਿੰਦੇ ਨੇ ਰਸਨਾ ਨਾਮ ਧਿਆਏ ਦਾ। ਉਹ ਆਪਣੀ ਰਸਨਾ ਦੇ ਨਾਲ ਨਿੱਤਾ ਪ੍ਰਤੀ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ, ਵਾਹਿਗੁਰੂ ਦੀ ਇਬਾਦਤ ਕਰਦਾ ਹੈ। ਦਿਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹੇ ਬੱਧਾ ਚਮਕਾਲੇ। ਪਰ ਸਤਿਗੁਰੂ ਮਹਾਰਾਜ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਰਮੇਸ਼ਰ ਤਾਂ ਜੀਵ ਦੇ ਅੰਦਰ ਹੈ, ਵਾਹਿਗੁਰੂ ਅੰਦਰ ਹੈ, ਪਰ ਜੀਵ ਕੀ ਕਰਦਾ, ਕਹਿੰਦੇ ਪਰਮੇਸ਼ਰ ਨੂੰ ਲੱਭਣ ਵਾਸਤੇ ਦੇਸ਼ਾਂ ਦਸ਼ੰਤਰਾਂ ਦਾ ਰਟਨ ਕਰਦਾ ਹੈ। ਕਹਿੰਦੇ ਆਪਣੇ ਅੰਦਰ ਨਹੀਂ ਭਾਲੇ, ਆਪਣੇ ਅੰਦਰ ਦੀ ਭਾਲ ਨਹੀਂ ਕੀਤੀ, ਅੰਦਰ ਦੀ ਖੋਜ ਨਹੀਂ ਕੀਤੀ, ਤੇ ਹਾਲਤ ਕੈਸੀ ਹੋ ਗਈ ਕਿ ਮਾਇਆ ਮੋਹੇ ਬੱਧਾ ਜਲ ਕਾਲੇ। ਮਾਇਆ ਦਾ ਮੋਹ ਹੈ, ਮਾਇਆ ਦਾ ਮੋਹ ਬੰਧਨ ਪਿਆ ਹੋਇਆ ਹੈ। ਬੰਧਨਾਂ ਵਿੱਚ ਖਚਿਤ ਹੋਣ ਕਰਕੇ ਤੇ ਗੁਰੂ ਸਾਹਿਬ ਜਮਕਾਲ ਦੇ ਅੱਗੇ, ਜਮਾਂ ਦੇ ਅੱਗੇ ਬੰਨ੍ਹਿਆ ਜਾਂਦਾ ਹੈ। ਇਹ ਜੀਵ ਫਿਰ ਮੁਕਤ ਨਹੀਂ ਹੋ ਰਿਹਾ। ਮਾਇਆ ਹੀ ਇੱਕ ਕਾਰਨ ਬਣ ਰਹੀ ਹੈ, ਜਿਸ ਕਰਕੇ ਜੀਵ ਦਾ ਜਿਹੜਾ ਵਿਛੋੜਾ ਹੈ ਪਰਮਾਤਮਾ ਨਾਲੋਂ ਦਿਨੋਂ ਦਿਨ ਵੱਧਦਾ ਜਾ ਰਿਹਾ। ਹੁਣ ਇਹ ਨਹੀਂ ਕਿ ਆਪਾਂ ਮਾਇਆ ਦੇ ਤਿਆਗੀ ਬਣ ਜਾਣਾ। ਮਾਇਆ ਦਸਾਂ ਨੋਹਾਂ ਦੀ ਕਿਰਤ ਹਰ ਇੱਕ ਜੀਵ ਦੀ ਲੋੜ ਹੈ, ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ। ਇਹ ਤੋਂ ਬਿਨਾਂ ਸਾਡਾ ਗੁਜ਼ਾਰਾਨ ਨਹੀਂ ਹੈ। ਪਰ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਉਹ ਜਿੱਥੇ ਇੱਕ ਧਨ ਸੰਪਦਾ, ਹੀਰੇ ਜਵਾਹਰਤ, ਇਹ ਇਕੱਲੀ ਮਾਇਆ ਨਹੀਂ ਹੈ। ਜੇ ਪੁੱਤਰ ਧੀਆਂ ਨੂੰ ਪ੍ਰਾਪਤ ਕਰਕੇ, ਘਰ ਵਾਲੀ ਨੂੰ, ਮਾਤਾ ਪਿਤਾ ਨੂੰ ਪ੍ਰਾਪਤ ਕਰਕੇ ਸਾਨੂੰ ਪਰਮੇਸ਼ਰ ਭੁੱਲਦਾ ਏ ਤੇ ਗੁਰੂ ਸਵਰੂਪ ਸੱਚ ਜਾਣੇ, ਫਿਰ ਉਹ ਮਾਇਆ ਹੈ। ਜੇ ਆਪਣੇ ਮਿੱਤਰ ਸੱਜਣਾ ਨੂੰ ਮਿਲ ਕੇ, ਮਾਤਾ ਪਿਤਾ ਨੂੰ ਮਿਲ ਕੇ, ਪੁੱਤਰਾਂ ਧੀਆਂ ਨੂੰ ਦੇਖ ਕੇ ਰੱਬ ਯਾਦ ਆਉਂਦਾ ਏ, ਫਿਰ ਸੱਚ ਜਾਣੇ, ਫਿਰ ਉਹ ਮਾਇਆ ਨਹੀਂ ਹੈ। ਉਹ ਜੀਵ ਫਿਰ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਉਪਰਾਮ ਹੈ। ਦੁਨਿਆਵੀ ਮਾਇਆ ਤਾਂ ਹਰ ਇੱਕ ਦੀ ਗੁਜਰਾਨ ਹੈ। ਕੋਈ ਵੀ ਜੀਵ ਹੈ ਉਹਨੇ ਗੁਰੂ ਸਰੇ ਗੁਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹੈ। ਕਬੀਰ ਜੀ ਨੇ ਕਹਿ ਦਿੱਤਾ ਨਾ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨਬਰ ਗਲੇ, ਮਾਨ ਸਭੈ ਕੋ ਖਾਏ। ਕਹਿੰਦੇ ਕੀ ਹੋ ਗਿਆ ਜੇ ਮਾਇਆ ਛੱਡ ਦਿੱਤੀ, ਦੁਨਿਆਵੀ ਮਾਇਆ ਛੱਡ ਦਿੱਤੀ, ਤੇ ਫਿਰ ਕੀ ਹੋ ਗਿਆ? ਤੇ ਕਹਿੰਦਾ ਮੈਂ ਵੱਡਾ, ਮੈਂ ਮਾਇਆ ਦਾ ਤਿਆਗੀ ਬਣ ਗਿਆ। ਕਹਿੰਦੇ ਪਰ ਮਾਣ ਤਾਂ ਛੱਡਿਆ ਨਹੀਂ। ਕਹਿੰਦੇ ਭਾਈ ਤੇਰੇ ਅੰਦਰ ਮਾਣ ਆ ਗਿਆ ਨਾ ਕਿ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ। ਕਹਿੰਦੇ ਹਿਰਦੇ ਅੰਦਰ ਮਾਣ ਆ ਗਿਆ। ਇਹ ਮਾਣ ਹੀ ਕਹਿੰਦੇ ਪਰਮੇਸ਼ਰ ਨਾਲੋਂ ਤੇਰਾ ਵਿਛੋੜਾ ਵਧਾ ਰਿਹਾ, ਦਿਨੋਂ ਦਿਨ ਬਿੱਥ ਪਾ ਰਿਹਾ ਹੈ। ਕਹਿੰਦੇ ਮਾਨ ਮੁਨੀ ਮੁਨਬਰ ਗਲੇ, ਗਲ ਤੱਕ ਪਹੁੰਚੇ। ਜਿੱਡੇ ਵੱਡੇ ਮੁਨੀ ਜਾਂ ਰਿਸ਼ੀ ਮੁਨੀ ਇਤਿਆਦਿਕ ਨੇ ਨਾ, ਉਹਨਾਂ ਦੇ ਗਲ ਤੱਕ ਇਹ ਮਾਣ ਪਹੁੰਚਿਆ ਹੋਇਆ, ਹੰਕਾਰ ਪਹੁੰਚਿਆ ਹੋਇਆ ਹੈ। ਇਹ ਮਾਣ ਹੀ ਹਰ ਇੱਕ ਜੀਵ ਨੂੰ, ਮਾਣ ਸਭੈ ਕੋ ਖਾਏ, ਹਰ ਇੱਕ ਜੀਵ ਨੂੰ ਖਾ ਰਿਹਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਕਹਿੰਦੇ
ਮਾਇਆ ਮੋਹੇ। ਪਰ ਜੀਵ ਮਾਇਆ ਦੇ ਵਿੱਚ ਐਸਾ ਖਚਤ ਹੈ, ਬੱਧਾ ਜਮਕਾਲੇ, ਕਿ ਜਮਕਾਲ ਦੇ ਦਰ 'ਤੇ ਬੱਧਿਆ ਜਾਂਦਾ। ਜਮ ਨੂੰ ਆ ਕੇ ਇਸ ਤਰ੍ਹਾਂ ਬੰਨ੍ਹ ਲੈਂਦੇ ਹਨ, ਜਕੜ ਲੈਂਦੇ ਹਨ। ਜਮ ਕੀ ਫਾਸੀ ਕਬਹੂ ਨਾ ਟੂਟੈ, ਦੂਜੈ ਭਾਏ ਪਰਮਾਏ ਦਾ। ਤੇ ਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਭਾਈ ਜਮਾਂ ਦੀ ਫਾਹੀ ਕਦੇ ਟੁੱਟਦੀ ਨਹੀਂ ਹੈ। ਜੇ ਮਨੁੱਖ ਸੋਚੇ ਨਾ ਜਦੋਂ ਜਮ ਆ ਗਈ, ਜਮਾਂ ਤੋਂ ਮੈਂ ਆਪਣੇ ਆਪ ਨੂੰ ਬਚਾ ਲਵਾਂਗਾ, ਤੇ ਸਤਿਗੁਰੂ ਕਹਿੰਦੇ ਉਹ ਨਾਮੁਮਕਿਨ ਕਦੇ ਨਹੀਂ ਹੋ ਸਕਦਾ। ਹਾਂ, ਜੇ ਪਰਮੇਸ਼ਰ ਦੀ ਯਾਦ ਮਨ ਵਿੱਚ ਹੋਵੇ, ਵਾਹਿਗੁਰੂ ਦੀ ਯਾਦ ਵਿੱਚ ਆਪਣਾ ਜੀਵਨ ਗੁਜ਼ਾਰਦਾ ਹੋਵੇ, ਫਿਰ ਜਮਾਂ ਤੋਂ ਜੀਵ ਦਾ ਖਹਿੜਾ ਜਿਹੜਾ ਛੁੱਟ ਸਕਦਾ ਹੈ। ਪਰ ਸਤਿਗੁਰੂ ਕਹਿੰਦੇ ਕਦੇ ਟੁੱਟ ਨਹੀਂ ਸਕਦੀ ਹੈ। ਦੂਜਾ ਭਾਏ ਪਰਮਾਏ, ਦੂਜਾ ਦਵੈਦ ਵਿੱਚ ਲੱਗ ਕੇ, ਦੁਬਿਧਾ ਵਿੱਚ ਲੱਗ ਕੇ, ਇਸ ਤਰ੍ਹਾਂ ਜੀਵ ਦੇ ਅੰਦਰ ਇਹ ਦੂਜੇ ਦੁਬਿਧਾ ਵਿੱਚ ਫਸਣ ਕਰਕੇ ਕਹਿੰਦੇ ਇਸ ਤਰ੍ਹਾਂ ਜੀਵ ਨੂੰ ਇਹ ਪਰਮਾਤਮਾ ਭਰਮਾ ਰਿਹਾ ਹੈ, ਇਸ ਤਰ੍ਹਾਂ ਜੀਵ ਭਟਕਣਾ ਦੇ ਵਿੱਚ ਹੈ। ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ। ਅਗਲਾ ਬਚਨ ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ, ਬੇਨਤੀ ਕੀ ਸਿੱਖਾਂ ਨੇ ਕਿ ਪਾਤਸ਼ਾਹ ਹਿੰਦੂ ਮਤ ਅਨੁਸਾਰ ਬੜੇ ਜਪ ਤਪ ਸੰਜਮ ਕੀਤੇ ਜਾਂਦੇ ਨੇ, ਸਾਧਨ ਕੀਤੇ ਜਾਂਦੇ, ਵਰਤ ਇਤਿਆਦਿਕ ਰੱਖੇ ਜਾਂਦੇ ਨੇ। ਤੇ ਪਾਤਸ਼ਾਹ ਜੀ ਅਸਲ ਵਿੱਚ ਜਪ ਤਪ ਸੰਜਮ ਸਾਧਨ ਕੀ ਹੈ? ਤੇ ਗੁਰੂ ਪਾਤਸ਼ਾਹ ਕਹਿੰਦੇ ਗੁਰਮਤਿ ਵਿੱਚ ਕੋਈ ਨਹੀਂ ਭਾਈ, ਹੋਰ ਕੋਈ ਨਾ ਹੀ। ਕਹਿੰਦੇ ਤੁਹਾਨੂੰ ਦੱਸਦਾ ਕਿ ਗੁਰਮਤਿ ਜਿਹੜਾ ਜਪ ਰੱਖਣਾ, ਤਪ ਰੱਖਣਾ, ਸੰਜਮ ਕਰਨਾ, ਉਹ ਕਿਹੜਾ ਹੈ? ਕਹਿੰਦੇ ਜਦ ਤੱਕ ਗੁਰੂ ਦਾ ਸ਼ਬਦ ਦੀ ਕਮਾਈ ਨਹੀਂ ਕਰਦਾ, ਕਹਿੰਦੇ ਕੋਈ ਜਪ ਨਹੀਂ, ਕੋਈ ਤਪ ਨਹੀਂ। ਕਹਿੰਦੇ ਇਹੀ ਗੁਰੂ ਦੇ ਸ਼ਬਦ ਦਾ ਅਭਿਆਸ ਕਰ ਲਿਆ, ਸ਼ਬਦ ਨਾਲ ਜੁੜ ਗਿਆ, ਦਿਨ ਰਾਤ ਬਾਣੀ ਨੂੰ ਪੜ੍ਹਦਾ, ਬਾਣੀ ਨੂੰ ਵਿਚਾਰਦਾ, ਇਹਦੇ ਅਨੁਸਾਰ ਜੀਵਨ ਬਤੀਤ ਕਰਨ ਲੱਗ ਪਿਆ। ਤੇ ਪਾਤਸ਼ਾਹ ਕਹਿੰਦੇ ਸਿੱਖ ਲਈ ਇਹੀ ਜਪ ਹੈ, ਸਿੱਖ ਲਈ ਇਹੀ ਤਪ ਹੈ, ਇਹੀ ਸੰਜਮ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਤੱਕ ਗੁਰੂ ਦਾ ਸ਼ਬਦ ਨਹੀਂ ਕਮਾਉਂਦਾ, ਉਦੋਂ ਤੱਕ ਧਰਮ ਦੇ ਨਿਮਿੱਤ ਕੀਤੇ ਹੋਏ ਕਰਮ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹਨ। ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਂਦਾ। ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਮਿਲ ਗਿਆ, ਗੁਰ ਕਾ ਸ਼ਬਦ ਮਿਲਿਆ, ਗੁਰੂ ਦੇ ਸ਼ਬਦ ਨਾਲ ਜਿਹੜੇ ਮਿਲ ਗਏ, ਇੱਕਮਿਕ ਹੋ ਗਏ, ਉਹਨਾਂ ਨੇ ਫਿਰ ਕੀ ਕੀਤਾ? ਸੱਚ ਪਾਇਆ, ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਸੱਚ ਦੇ ਉਪਾਸ਼ਕ ਬਣ ਕੇ ਸੱਚੇ ਸੱਚ ਸਮਾਏਂਦਾ, ਸੱਚ ਦਾ ਹੋਕਾ ਦਿੰਦੇ ਨੇ, ਸੱਚੇ ਦੀ ਉਪਾਸਨਾ ਕਰਦੇ ਹਨ। ਇਸ ਤਰ੍ਹਾਂ ਉਹਦੇ ਗੁਣ ਗਾ ਕੇ ਉਸ ਪਰਮੇਸ਼ਰ ਦੇ ਵਿੱਚ ਹੀ ਉਹ ਜੀਵ ਸਮਾ ਜਾਂਦੇ ਨੇ, ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦੇ